ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਆਪਾਂ ਆਪਣੇ ਕੈਮਿਸਟਰੀ ਦੇ 4 ਚੈਪਟਰਸ ਨੇ ਜਿਹੜੇ 10th ਕਲਾਸ ਦੇ ਉਹ ਕਰ ਚੁੱਕੇ ਹਾਂ। ਅੱਜ ਆਪਣਾ 5th ਚੈਪਟਰ ਆ ਜਿਹੜਾ ਉਹ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਜਿਹਦਾ ਨੇਮ ਹੈ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਓਕੇ, ਸੋ ਚੈਪਟਰਸ ਨੇਮ ਇਜ਼ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਤਾਂ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਪੜ੍ਹਦੇ ਹਾਂ ਕਿ ਕਲਾਸੀਫਿਕੇਸ਼ਨ ਕੀਤੀ ਕਿਉਂ ਜਾਂਦੀ ਹੈ, ਵਟ ਇਜ਼ ਦ ਨੀਡ ਆਫ ਕਲਾਸੀਫਿਕੇਸ਼ਨ। ਓਕੇ, ਸੋ ਇਹਦੇ ਵਿੱਚ ਆਪਣੇ ਕੋਲ ਸਿੰਪਲ ਇੱਕੋ ਇੱਕ ਆਸਪੈਕਟ ਹੈ ਕਿ ਆਪਣੇ ਕੋਲ ਟੋਟਲ ਐਲੀਮੈਂਟਸ ਨੇ ਜਿਹੜੇ ਉਹ 115 ਐਲੀਮੈਂਟਸ ਦੇ ਅਰਾਊਂਡ ਆਪਣੇ ਕੋਲ ਟੋਟਲ ਐਲੀਮੈਂਟਸ ਨੇ। ਠੀਕ ਹੈ, ਇਟ ਇਜ਼ ਵੈਰੀ ਡਿਫਿਕਲਟ ਟੂ ਸਟੱਡੀ ਪ੍ਰੋਪਰਟੀਜ਼ ਆਫ all these elements separately, so we need to classify them on the basis of their ਪ੍ਰੋਪਰਟੀਜ਼। ਕਿ ਸਾਡੇ ਕੋਲ ਟੋਟਲ ਨੇ ਜਿਹੜੀਆਂ 115 ਐਲੀਮੈਂਟਸ ਨੇ। ਤਾਂ ਦੇਖੋ, ਜੇ ਸਾਡੀ ਕਲਾਸ ਦੇ ਵਿੱਚ ਫੋਰ ਐਗਜ਼ਾਮਪਲ ਆਪਾਂ ਵਿਦਾਊਟ ਐਨੀ ਰੋਲ ਨੰਬਰ, ਵਿਦਾਊਟ ਅਸਾਈਨਿੰਗ ਐਨੀ ਰੋਲ ਨੰਬਰ ਟੂ ਦ ਸਟੂਡੈਂਟਸ ਆਫ ਆਰ ਕਲਾਸ, ਕਿ ਅਗਰ ਆਪਾਂ ਕਲਾਸ ਦੇ ਵਿੱਚ ਸਾਰੇ ਬੱਚਿਆਂ ਨੂੰ ਐਵੇਂ ਹੀ ਬਿਠਾ ਦਈਏ, ਕਿਸੇ ਨੂੰ ਕੋਈ ਰੋਲ ਨੰਬਰ ਨਾ ਦੇਈਏ, ਤਾਂ ਕੀ ਆਪਾਂ ਉਹਨਾਂ ਦੀ ਅਟੈਂਡੈਂਸ ਲਗਾ ਸਕਦੇ ਹਾਂ? ਠੀਕ ਹੈ, ਨਹੀਂ, ਉਹਨਾਂ ਈਜ਼ੀਲੀ ਪੋਸੀਬਲ ਨਹੀਂ ਹੋ ਪਾਏਗਾ। ਠੀਕ ਹੈ, ਫੋਰ ਐਗਜ਼ਾਮਪਲ ਆਪਣੇ ਕੋਲ 120 ਸਟੂਡੈਂਟਸ ਨੇ ਜਿਹੜੇ ਐਗਜ਼ਾਮ ਦੇਣ ਆ ਰਹੇ ਨੇ। ਠੀਕ ਹੈ, ਅਤੇ 120 ਕੈਂਡੀਡੇਟਸ ਨੇ ਜਿਹੜੇ ਐਗਜ਼ਾਮ ਦੇਣ ਆ ਰਹੇ ਨੇ। ਜੇ ਆਪਾਂ ਨੇ ਉਹਨਾਂ ਨੂੰ ਰੋਲ ਨੰਬਰ ਹੀ ਨਹੀਂ ਅਸਾਈਨ ਕੀਤੇ, ਤਾਂ ਉਦੋਂ ਤੱਕ ਆਪਾਂ ਕੀ ਆ, ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦਾ ਸਿਟਿੰਗ ਪਲਾਨ ਨਹੀਂ ਬਣਾ ਸਕਦੇ। ਤਾਂ ਉਹ ਸਿਟਿੰਗ ਪਲਾਨ ਨੂੰ ਹੀ ਈਜ਼ੀ ਵੇ ਨਾਲ ਕਰਨ ਦੇ ਲਈ ਆਪਾਂ ਉਹਨਾਂ ਨੂੰ ਇੱਕ ਰੋਲ ਨੰਬਰ ਅਸਾਈਨ ਕਰਦੇ ਹਾਂ। ਓਕੇ, ਸੋ ਸਿਮਿਲਰਲੀ ਇੱਥੇ ਕਿ ਜੇ ਆਪਣੇ ਕੋਲ ਟੋਟਲ 115 ਐਲੀਮੈਂਟਸ ਨੇ, ਉਹਨਾਂ ਦੀਆਂ ਸਾਰੀਆਂ ਪ੍ਰੋਪਰਟੀਜ਼, ਫਿਜ਼ੀਕਲ ਪ੍ਰੋਪਰਟੀਜ਼ ਐਜ਼ ਵੈਲ ਐਜ਼ ਕੈਮੀਕਲ ਪ੍ਰੋਪਰਟੀਜ਼, ਉਹਨਾਂ ਨੂੰ ਲਰਨ ਕਰਨਾ ਬਹੁਤ ਡਿਫਿਕਲਟ ਹੋ ਜਾਂਦਾ। ਠੀਕ ਹੈ, ਤਾਂ ਉਹਨਾਂ ਦੀਆਂ ਪ੍ਰੋਪਰਟੀਜ਼ ਨੂੰ ਸਟੱਡੀ ਕਰਨ ਦੇ ਲਈ ਅਸੀਂ ਉਹਨਾਂ ਨੂੰ ਕਲਾਸੀਫਾਈ ਕਰਦੇ ਹਾਂ ਔਨ ਦ ਬੇਸਿਸ ਆਫ ਦੇਅਰ ਫਿਜ਼ੀਕਲ ਐਜ਼ ਵੈਲ ਐਜ਼ ਕੈਮੀਕਲ ਪ੍ਰੋਪਰਟੀਜ਼। ਉਸ ਨੂੰ ਅਸੀਂ ਉਵੇਂ ਹੀ ਕਲਾਸੀਫਾਈ ਕਰਦੇ ਹਾਂ ਜਿਵੇਂ ਜਿਵੇਂ ਉਹਨਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਫਿਜ਼ੀਕਲ ਜਾਂ ਕੈਮੀਕਲ। ਓਕੇ, ਸੋ this is the only need of classification of 115 elements into various periods as well as groups. Next is there are main 4 classifications in the recent times. ਲਾਸਟ ਟਾਈਮਸ ਦੇ ਵਿੱਚੋਂ ਜਿੰਨਾ ਵੀ ਸਾਇੰਟਿਸਟ ਨੇ ਡਿਸਕਵਰ ਕੀਤਾ, ਉਹਨਾਂ ਨੇ ਜਿੰਨੀਆਂ ਵੀ ਡਿਸਕਵਰੀਜ਼ ਕੀਤੀਆਂ ਨੇ, ਠੀਕ ਹੈ, ਜੋ ਵੀ ਉਹਨਾਂ ਨੇ ਸਟੱਡੀਜ਼ ਕੀਤੀਆਂ ਨੇ, ਤਾਂ ਉਹਦੇ ਬੇਸ 'ਤੇ ਆਪਾਂ 4 ਟਾਈਪਸ ਨੇ ਜਿਹੜੀਆਂ ਉਹ ਕਲਾਸੀਫਿਕੇਸ਼ਨ ਦੀਆਂ ਕਰਦੇ ਹਾਂ ਸਾਰੇ ਐਲੀਮੈਂਟਸ ਦੀਆਂ। ਓਕੇ, ਸੋ ਫਸਟ ਇਜ਼ ਡਾਰਬਨੀਅਰ ਟਰਾਇਲਸ, second is Newland's law of octaves, third is Mendeleev's periodic table, and fourth is modern periodic table. First is Darbner trials, second is Newland's law of octaves, third is Mendeleev's periodic table, and fourth is modern periodic table. In this video we will discuss our first 3 classifications: Darbner trials, Newland's law of octaves, and Mendeleev's periodic table. We will make modern periodic table in full explanation in our next video. Okay, so in this video we will discuss 3 types of classification. Let's start by its first classification, that is Darbner's trials in 1829. First point is increasing atomic mass arrangement. Darbner was a scientist. He arranged the various elements in the form of increasing atomic mass. ਕਿ ਉਹਨਾਂ ਨੇ ਕੀ ਕੀਤਾ ਕਿ ਜਿੰਨੇ ਵੀ ਐਟੋਮਿਕ ਮਾਸ ਦੇ ਐਲੀਮੈਂਟ ਸੀਗੇ, ਜਿੰਨੇ ਵੀ ਉਹਦੇ ਕੋਲ ਐਲੀਮੈਂਟ ਸੀ ਉਸ ਟਾਈਮ ਪ੍ਰੈਜੈਂਟ ਸੀ 1829 ਦੇ ਵਿੱਚ। ਹੁਣ ਆਪਣੇ ਕੋਲ 115 ਨੇ, 1829 ਦੇ ਵਿੱਚ ਇੰਨੇ ਨਹੀਂ ਸੀ। ਠੀਕ ਹੈ, ਤਾਂ 1829 ਦੇ ਵਿੱਚ ਜਿੰਨੇ ਵੀ ਐਲੀਮੈਂਟ ਸੀ ਉਹਨਾਂ ਨੂੰ ਇਨਕਰੀਜ਼ਿੰਗ ਐਟੋਮਿਕ ਆਰਡਰ ਦੇ ਅਕੋਰਡਿੰਗ ਉਹਨਾਂ ਨੇ ਸੈੱਟ ਕਰ ਲਿਆ। ਓਕੇ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਉਹ ਐਲੀਮੈਂਟਸ ਦੇ ਤਿੰਨ ਦੇ ਟਰਾਇਡਸ ਬਣਾ ਲਏ। ਟਰਾਇਡਸ, ਟਰਾਈ ਮੀਨਸ 3। ਠੀਕ ਹੈ, ਤਾਂ ਟਰਾਇਡਸ ਬਣਾ ਲਏ 3 ਐਲੀਮੈਂਟਸ ਦੇ। ਠੀਕ ਹੈ, ਅਤੇ ਉਹ 3 ਐਲੀਮੈਂਟਸ ਦੇ ਵਿੱਚ ਇੱਕ ਰਿਲੇਸ਼ਨ ਵੀ ਰੱਖਿਆ। ਉਹ ਰਿਲੇਸ਼ਨ ਕੀ ਸੀ? ਐਟੋਮਿਕ ਮਾਸ ਆਫ ਮਿਡਲ ਐਲੀਮੈਂਟ ਵਿਲ ਬੀ ਇਕੁਅਲ ਟੂ ਅਰਿਥਮੈਟਿਕ ਮੀਨ ਆਫ ਐਟੋਮਿਕ ਮਾਸਿਸ ਆਫ ਅਦਰ 2 ਐਲੀਮੈਂਟਸ। ਠੀਕ ਹੈ, ਕਿ ਜੇ ਆਪਾਂ 3 ਐਲੀਮੈਂਟਸ ਲੈ ਰਹੇ ਹਾਂ, ਠੀਕ ਹੈ, ਫੋਰ ਐਗਜ਼ਾਮਪਲ 1, 2 ਅਤੇ 3। ਠੀਕ ਹੈ, ਤਾਂ ਜੇ ਆਪਾਂ 3 ਐਲੀਮੈਂਟਸ ਲੈ ਰਹੇ ਹਾਂ ਤਾਂ 1 ਅਤੇ 3 ਦਾ ਜਿਹੜਾ ਐਟੋਮਿਕ ਮਾਸ ਹੋਏਗਾ ਉਹਦਾ ਜੇ ਆਪਾਂ ਅਰਿਥਮੈਟਿਕ ਮੀਨ ਕੈਲਕੂਲੇਟ ਕਰ ਲਈਏ, ਡੈਟ ਇਜ਼ ਸਿੰਪਲ ਮੀਨ। ਠੀਕ ਹੈ, ਤਾਂ ਉਹ ਜਿਹੜਾ ਸੈਕਿੰਡ ਐਲੀਮੈਂਟ ਆ, ਮਿਡਲ ਐਲੀਮੈਂਟ ਆ, ਉਹਦੇ ਐਟੋਮਿਕ ਮਾਸ ਦੇ ਬਰਾਬਰ ਹੋਏਗਾ। ਓਕੇ, ਸੋ ਲੈਟਸ ਟੇਕ ਐਨ ਐਗਜ਼ਾਮਪਲ
here lithium, sodium and potassium. We have 3 elements in one triad. ठीक है, तो उन्होंने एटॉमिक मासिस गिवन ने आपां नूं लिथियम का है 7, सोडियम का है 23 तो पोटाशियम का है 39। तो जे असी इन्हां दा अरिथमैटिक मीन फाइंड आउट करिए फर्स्ट तो थर्ड का, दैट विल बी 7 + 39 डिवाइडेड बाय 2, 7 + 39, 7 + 39 divided by 2. So it will be 7 + 39 divided by 2, that will be 23, and that will be the atomic mass of our middle element sodium. So that means lithium, sodium and potassium make a triad. Okay, so this Diagonal triads explain if the elements are arranged in the increasing order of their atomic masses and triads are formed, then atomic mass of the middle element will be equal to the arithmetic mean of the atomic masses of other two elements. Okay, next is लिमिटेशनस ऑफ डॉबनियर ट्रायल्स कि हुण डॉबनियर ट्रायल्स आ जिहड़ा वो फेल क्यों होया मॉडल। ठीक है, जिहड़ा उन्होंने मॉडल दिता वो फेल क्यों होया, जो उन्होंने थ्योरी दी वो फेल क्यों हुई, बिकॉज इट फेल्ड टू अरेंज ऑल नोन एलीमेंट्स इन द फॉर्म ऑफ ट्रायल्स कि उस टाइम जिन्ने भी एलीमेंट्स नोन सीगे, ठीक है, उन्होंने वो ट्रायल्स की फॉर्म दे विच प्रेजेंट नहीं कर पाए, वो सिर्फ और सिर्फ 3 ट्रायल्स ही बना पाए। किहड़े किहड़े, लिथियम, सोडियम, पोटाशियम जो आपां हुणी रीड करके चुके हैं। उन्होंने सैकेंड ट्राइड बनाया कैल्शियम, स्ट्रोंशियम ते बेरियम का। ठीक है, थर्ड ट्राइड बनाया उन्होंने क्लोरीन, ब्रोमीन ते आयोडीन का। ठीक है, उस टाइम 9 ही एलीमेंट्स तो है नहीं सी, बहुत सारे एलीमेंट्स सीगे। ठीक है, तो उन्होंने सिर्फ 3 ही एलीमेंट्स ने जिहड़े उन्होंने ट्राइड्स बनाए। सो दिस थ्योरी फेल्ड। ओके, नेक्स्ट is our Newland's law of octaves. Second theory, second classification is Newland's law of octave. Scientist name is Newland. In 1864 he do the same method. He arrange all the elements in the increasing atomic order. Then the property of every 8th element is similar to the properties of first element. ओके, सो उन्हें की कहा कि जे असी एक फस्ट एलीमेंट नू चूज़ कर लीए, ठीक है, तो जे असी उन्होंने इनक्रीजिंग एटोमिक ऑर्डर के बेस के उत्ते रखा होया तो हर एक 8th एलीमेंट दी जिहड़ियां प्रॉपर्टीज़ ने वो फस्ट एलीमेंट नाल मैच करनगियां। ओके, सो उहदे विच उहने ट्राइड्स बनाए सी, 3 लए सी एट ए टाइम। उरे उहने की लिया, ऑक्टेव्स ले। हुण ऑक्टेव्स का की मतलब है, ऑक्ट मीनस 8, तो उन्हें की कहा कि जिहड़ा फस्ट एलीमेंट है तो 8th एलीमेंट है उहदियां जिहड़ियां प्रॉपर्टीज़ ने वो की करनगियां, अपने कोल मैच करनगियां। ओके, सो लैट्स टेक एन एग्जाम्पल। ये आपां एग्जाम्पल लैंदे आ। उन्हें की किया, फॉर एग्जाम्पल अपने कोल इन्ने एलीमेंट्स ने, हाइड्रोजन तो लैके आयरन तक, ठीक है, Fe तक, तो उन्हें इन्ना सारे एलीमेंट्स नू अकॉर्डिंग टू देयर इंक्रीजिंग एटोमिक मास अरेंज किया। ठीक है, उस तो बाद उन्हें देखा कि जो फस्ट एलीमेंट है उसदियां बड़ियां प्रॉपर्टीज़ ने वो 8th एलीमेंट नाल जाके मैच करनगियां। ओके, सो लैट्स टेक एन एग्जाम्पल ऑफ लिथियम। देखो हुण लिथियम है फस्ट नंबर पर है, जे असी वो तो अगे 8th काउंट करिए तो किहड़ा आएगा, देखो 1 2 3, 1 ते आ गया ब्रीलियम, सैकेंड ते आ गया बोरोन, थर्ड ते आ गया कार्बन, फोर्थ ते नाइट्रोजन, फिफ्थ ते ऑक्सीजन, सिक्स्थ ते फ्लोरीन, तो नैक्सट 7th ते की आ जाएगा सोडियम। ठीक है, तो यदा मतलब की आ कि फस्ट ते जे इनू लिया तो सैकेंड ते ब्रीलियम, थर्ड ते बोरोन, फोर्थ ते कार्बन, फिफ्थ ते नाइट्रोजन, सिक्स्थ ते ऑक्सीजन, 7th ते फ्लोरीन, तो 8th ते किहड़ा आ गया जी साडे कोले सोडियम। ओके, सो लिथियम तो बाद की आंदा साडे कोल, सोडियम आंदा on 8th position if we take lithium on first position. Similarly, if we take sodium at first position then we have potassium at 8th position. ठीक है, तो जे असी देखिए कि लिथियम, सोडियम ते पोटाशियम ने ऑन द बेसिस ऑफ दिस थ्योरी न्यूटन लॉज ऑफ ऑक्टेव्स, तो साडे कोल लिथियम, सोडियम ते पोटाशियम दी जिहड़ियां प्रॉपर्टीज़ ने वो सिमिलर होनियां जरूरी हैं। ठीक है, सो जदों भी असी देखते हैं लिथियम, सोडियम ते पोटाशियम दी जिहड़ियां प्रॉपर्टीज़ सीगियां वो सिमिलर पाईयां गईयां, तो ये वाला जिहड़ा न्यूटन लॉ ऑफ ऑक्टेव्स क्लासीफिकेशन सी ये कुछ हद तक सही रहा। ठीक है, क्योंकि इन्हें की किया, जिहड़े डॉबनियर्स दे ट्रायल्स सी उहदे नालों वध एक्सप्लेनेशन सानूं प्रोवाइड की। ओके, सो इन्हें की किया कि फस्ट एलीमेंट की प्रॉपर्टी 8th एलीमेंट नाल मैच करनगी।
okay. So next is limitations of Newland's law of octaves। ਤਾਂ ਹੁਣ ਉਹਦੀਆਂ limitations ਕੀ ਸੀ, ਕੁਛ ਕਮੀਆਂ ਉਹਦੇ ਵਿੱਚ ਵੀ ਪਾਈਆਂ ਗਈਆਂ। ਕੀ ਪਾਈਆਂ ਗਈਆਂ? ਫਰਸਟ ਵਾਜ਼ ਇਟ ਕੁਡ ਕਲਾਸੀਫਾਈ ਓਨਲੀ ਅਪ ਟੂ ਕੈਲਸ਼ੀਅਮ। ਇਹ ਸਿਰਫ ਕੈਲਸ਼ੀਅਮ ਤੱਕ ਹੀ ਕਲਾਸੀਫਾਈ ਕਰ ਪਾਇਆ। ਕੈਲਸ਼ੀਅਮ ਮੀਨਸ 20, कैल्शियम इज़ ऑन 20 नंबर, एटॉमिक नंबर इज़ 20, ठीक है। तो सिर्फ वो क्लासीफाई कर पाया एलीमेंट्स नू ओनली अप टू कैल्शियम। जिन्ने भी हैवीयर एलीमेंट सीगे उहदे विच ये रूल आ जिहड़ा वो फेल हो गया कि फस्ट ते 8th दी जिहड़ियां प्रॉपर्टीज सी वो मैच नहीं कीतियां जदों एटॉमिक मास हायर चले गए। okay, second he assumed that only 56 elements existed in nature and no more elements would be discovered। उस टाइम ते साडे कोल टोटल 56 एलीमेंट सीगे, उन्हें सारे 56 एलीमेंट्स नूं ही इनक्रीजिंग एटॉमिक ऑर्डर दे बेस ते रखता। उन्हें कोई स्पेस नहीं छोड़ी कि कोई होर एटम जिहड़ा एलीमेंट आ वो डिस्कवर होएगा फ्यूचर दे विच तां उहदा एटॉमिक मास इन बिटवीन किते आ सकदा। तो उन्हें इस तरीके दियां कोई भी एम्प्टी स्पेसिस नहीं छोड़ियां, ठीक है। सो उन्हें अज्यूम यही किया कि सिर्फ 56 एलीमेंट्स ही नेचर च होणगे, उस तो बाद कोई नवीं डिस्कवरीज उहदियां नहीं होणगियां। okay, next is he put 2 elements in one slot which have different properties from members of their groups। उन्हें की किया, इक्को ही स्लॉट दे विच 2 एलीमेंट्स रखे, एक स्लॉट दे एक स्पेस दे उपर 2 एलीमेंट्स रखे, बट ओहदियां जिहड़ियां प्रॉपर्टीज सीगियां वो बाकी ग्रुप्स के सारे मैंबर्स तो बिल्कुल डिफरेंट सी, ठीक है। तो वो इस चीज़ को भी एक्सप्लेन नहीं कर पाया। नैक्सट है आयरन इज़ प्लेसड फॉर अवे फ्रॉम कोबाल्ट एंड निकल विच हैव ऑलमोस्ट सेम प्रॉपर्टीज़। कि जिहड़ा आयरन आ उन्होंने कोबाल्ट ते निकल तो बहुत दूर रखा गया, बट उन्होंने दी जिहड़ियां प्रॉपर्टीज़ ने वो बिल्कुल की ने सेम ने। फॉर एग्जाम्पल सी देयर आयरन इज़ प्लेसड फॉर अवे फ्रॉम कोबाल्ट एंड निकल, बट जिहड़ियां उन्हां दियां प्रॉपर्टी सीगियां वो बिल्कुल सेम ने, प्रॉपर्टी सेम ने बट फिर भी उन्होंने अलग अलग जगह रखा गया। तो वही ये लिमिटेशन बन गई, उस चीज़ को एक्सप्लेन नहीं कर पाया। okay, so we have done our 2 classifications, Dobnier's triads and Newland's law of octaves। okay, next is our 3rd classification, that is Mendeleev's periodic table in year 1869। Mendeleev took the formula of oxides and hydrides formed by elements as their basic property for their classification। जिमें आपां देखिया कि उन्होंने की किया, डॉबनियर्स ने की किया, उन्होंने ट्राइड्स बनाए, ठीक है। न्यूलैंड सर ने की किया, उन्होंने ऑक्टेव्स बनाए, ठीक है। फॉर एग्जाम्पल कि उन्होंने फर्स्ट एलीमेंट की प्रॉपर्टी 8th नाल जाके मैच करेगी, ठीक है। बट जिहड़ा मैंडलीव सी उन्होंने की किया, उन्होंने कहा कि जिहड़ियां उन्हां दियां कैमिकल प्रॉपर्टीज़ ने, ठीक है, कैमिकली किमें रिएक्ट करते हैं वो, उस बेसिस ते उन्होंने क्लैसीफिकेशन की। वो कैमिकल प्रॉपर्टीज़ की ने कि वो किस तरह के ऑक्साइड्स बनाते हैं तो किस तरह के हाइड्राइड्स बनाते हैं। ओके, सो मैंडलीव टुक द फॉर्मूला ऑफ ऑक्साइड्स एंड हाइड्राइड्स। ओके, सो जेडे एलीमेंट्स ने वो किस तरह के ऑक्साइड्स बनाते हैं तो किस तरह के हाइड्राइड्स बनाते हैं, उन्होंने क्लासीफिकेशन की बेसिक प्रॉपर्टी लैके चले हो, ठीक है। सैकेंड पॉइंट इज सेम इंक्रीजिंग एटॉमिक मास अरेंजमेंट, कि जिन्ने भी एलीमेंट्स ने उन्होंने एटॉमिक मास के इंक्रीजिंग ऑर्डर के विच ही आपने सैट आउट करना है। ओके, थर्ड इज़ ग्रुपिंग ऑफ एलीमेंट्स हैविंग सिमिलर प्रॉपर्टीज़, कि जेड़े सिमिलर प्रॉपर्टीज़ वाले सी उन्होंने एक ग्रुप के विच रखा गया, ठीक है। जिले जेड़े एलीमेंट्स की प्रॉपर्टी सेम सीगियां उन्होंने सारिਆਂ ਨੂੰ ਇੱਕੋ ही ग्रुप के विच रखा गया, ठीक है। एंड इट्स 4th प्रॉपर्टी इज़ लैफ्ट सम गैप्स ऑन इट्स स्पेसिस। हुणे ही आपां करके चुके हैं कि जिहड़े न्यूलैंड्स का लॉ सीगा, ठीक है, उहदे विच उन्होंने कहा सी कि इन्होंने किते भी कोई खाली स्पेस नहीं छोड़ी कि जे बाई चांस फ्यूचर दे विच कोई नवा एलीमेंट डिस्कवर हुंदा तां आपां उहनूं कित्थे जगह देनी है, ठीक है। तो ये आपने मैंडलीव ने की किया कि वो जोड़ा भी एलीमेंट उत्थे खाली स्पेस उन्होंने लगती सी कि इत्थे कोई मैच नहीं हुंदा तो उन्होंने वो खाली जगह छोड़ दी, ठीक है। तो वो जी एम्प्टी स्पेस छोड़ी आ उत्थे जे फ्यूचर दे विच कुछ भी नवा डिस्कवर हुंदा तो वो एम्प्टी स्पेस दे विच फिल आउट किया जा सकता। तो जो न्यूलैंड दीयां कमियां सी वो मैंडलीव ने पूरियां कीतियां, ठीक है। सो हुण आपां डिटेल च करांगे मैंडलीव्स पीरियोडिक टेबल। बेसिक तुहानूं क्लीयर हो गया होएगा कि एटॉमिक मास दी इंक्रीजिंग ऑर्डर दे विच रखना, ठीक है। तो सिमिलर प्रॉपर्टीज़ वाले एलीमेंट्स नूं एक ग्रुप दे विच रखना, तो जिथे उन्हां दी प्रॉपर्टीज़ मैच नहीं होनी उत्थे एम्प्टी स्पेस छोड़नी है, ठीक है। तो सब तो मेन बेस आ जिहड़ा किहड़ा लैना कि जिहड़े एलीमेंट्स ने वो किस तरह के ऑक्साइड्स बनाते हैं तो किस तरह के ही वो हाइड्राइड्स बनाते हैं।
Okay, so next is Mendeleev's periodic table. This is the Mendeleev's periodic table. उन्होंने ऊपर ग्रुप्स लए आ 1 2 3 4 5 6 7 8 जो भी उन्होंने लए आ वो टोटल 8 ग्रुप्स लए आ. These are the 8 groups 1 2 3 4 5 6 7 8. Okay, so next is our periods. Periods ਕਿਹੜੇ ਲਏ ਆ ਉਹਨਾਂ ਨੇ ਪੀਰੀਅਡਸ ਕਿਹੜੇ ਲਏ ਆ 1 2 3 4 5 6 ਉਹਨਾਂ ਨੇ ਟੋਟਲ 6 ਪੀਰੀਅਡਸ ਲਏ ਆ 1 2 3 4 5 6. ਓਕੇ, ਸੋ ਉਸ ਤੋਂ ਬਾਅਦ ਉਹਨਾਂ ਨੇ ਇੱਕ ਕਾਲਮ ਲਿਆ ਆਕਸਾਈਡਸ ਐਂਡ ਹਾਈਡਰਾਈਡਸ. ਦੇਖੋ ਉੱਪਰ ਆਪਣੇ ਕੋਲ ਬਣਿਆ ਹੋਇਆ ਆਕਸਾਈਡਸ ਐਂਡ ਹਾਈਡਰਾਈਡਸ. ਉਹ ਆਕਸਾਈਡਸ ਨੇ ਜਿਹੜੇ ਉਹਨਾਂ ਦੇ ਕੀ ਫਾਰਮੂਲੇਜ਼ ਬਣ ਸਕਦੇ ਆ. ਆਰ ਇਜ਼ ਫॉर element. R can be any element, okay, like hydrogen, carbon, nitrogen, magnesium, sodium, titanium, chromium, manganese, rubidium, strontium, cesium, barium, any element. Okay, so let's take an example of an oxide R2O. Next is RO, R2O3, RO2, R2O5, RO3, R2O7, RO4. These are the oxides formula of various elements. Next is hydrides formula, that is RH, RH2, RH3, RH4, RH3, RH2, RH. means किया कि जेड़ा एलिमेंट इस तरह के ऑक्साइड इस तरह के हाइड्राइड बनाएगा. मीनस जोड़ा फॉर्मूला ऑक्साइड का RO2 होएगा, मीनस एक एलीमेंट होएगा तो एक एलीमेंट का मैटल लैना आपां ते 2 ऑक्सीजन के मैटल्स 2 ऑक्सीजन के एटम्स लैने ने. ओके, तो हाइड्राइड्स जोड़े वो किस तरह के बनाएगा RH4 टाइप का बनाएगा. तो R मतलब एलीमेंट का मैटल एक होएगा तो हाइड्रोजन के एटम्स किन्ने होणगे 4 होणगे. ओके, सिमिलरली इफ वी टेक दिस R2H and RH ਤਾਂ ਇਹਦੇ ਵਿੱਚ ਕੀ ਹੋਏਗਾ R2O ਮੀਨਸ ਜਿਹੜਾ ਐਲੀਮੈਂਟ ਆ ਉਹਦੇ ਐਟਮਸ ਕਿੰਨੇ ਹੋਣਗੇ 2 ਤੇ ਆਕਸੀਜਨ ਦੇ ਐਟਮ ਕਿੰਨੇ ਹੋਣਗੇ 1. ਠੀਕ ਹੈ, ਜੇ ਹਾਈਡਰਾਈਡ ਦੀ ਗੱਲ ਕਰਦੇ ਹਾਂ ਤਾਂ RH ਫਾਰਮ ਦੀ ਤਰ੍ਹਾਂ ਉਹ ਹਾਈਡਰਾਈਡ ਬਣਾਏਗਾ. ਮੀਨਸ ਇੱਕ ਹਾਈਡਰੋਜਨ ਦਾ ਐਟਮ ਹੋਏਗਾ ਤੇ ਇੱਕ ਹੀ ਐਲੀਮੈਂਟ ਦਾ ਐਟਮ ਹੋਏਗਾ. ਓਕੇ, ਸੋ ਜਿਹੜੇ ਇਸ ਤਰ੍ਹਾਂ ਦੇ ਆਕਸਾਈਡ ਬਣਾਉਣਗੇ ਉਹਨੂੰ ਇਸ ਦੇ ਗਰੁੱਪ ਦੇ ਵਿੱਚ ਰੱਖਾਂਗੇ ਆਪਾਂ, ਜਿਹੜੇ ਇਸ ਤਰ੍ਹਾਂ ਦੇ ਹੋਣਗੇ ਉਹਨਾਂ ਨੂੰ ਇਸ ਦੇ ਗਰੁੱਪ ਦੇ ਵਿੱਚ ਰੱਖਾਂਗੇ. ਸਿਮਿਲਰਲੀ ਅਗਰ ਉਹ R2O7 ਦੀ ਫਾਰਮ ਦੇ ਵਿੱਚ ਬਣਾ ਰਿਹਾ ਤਾਂ ਆਪਾਂ ਉਹਨਾਂ ਨੂੰ ਇਸ ਕਾਲਮ 'ਚ ਰੱਖਾਂਗੇ. ਜੇ ਉਹ RO4 ਵਾਲੇ ਬਣਾ ਰਿਹਾ ਫਿਰ ਉਹਨਾਂ ਨੂੰ ਆਪਾਂ ਇਸ ਕਾਲਮ 'ਚ ਰੱਖਾਂਗੇ. ਓਕੇ, ਸੋ ਉਹਨੇ ਕੀ ਕੀਤਾ ਜਿੰਨੇ ਵੀ ਉਸ ਟਾਈਮ ਐਗਜ਼ਿਸਟੈਂਟ ਐਲੀਮੈਂਟ ਸੀਗੇ ਉਹਨਾਂ ਨੂੰ ਇਸ ਤਰੀਕੇ ਨਾਲ ਉਹਨੇ ਗਰੁੱਪ ਦੇ ਵਿੱਚ ਜਗ੍ਹਾ ਦਿੱਤੀ. ਫੋਰ ਐਗਜ਼ਾਮਪਲ ਹਾਈਡਰੋਜਨ, ਤਾਂ ਤੁਹਾਨੂੰ ਪਤਾ ਵੀ ਹਾਈਡਰੋਜਨ ਆ ਜਿਹੜਾ ਉਹ H2 ਗੈਸ ਬਣਾਉਂਦਾ ਹੈ ਨਾ, ਤਾਂ ਉਹਨੇ ਕੀ ਕੀਤਾ H2 R and H, H and H, ਸੋ ਇਹ ਬਣ ਜਾਏਗਾ H2. ਓਕੇ, ਸੋ ਜਿਹੜਾ ਇਹ ਹਾਈਡਰਾਈਡ ਬਣਾਉਂਦਾ ਉਹ ਕਿਸ ਤਰ੍ਹਾਂ ਦਾ ਬਣਾਉਂਦਾ H2. ਓਕੇ, ਜੇ ਆਪਾਂ ਵਾਟਰ ਦਾ ਫਾਰਮੂਲਾ ਲਈਏ ਤਾਂ ਵਾਟਰ ਦਾ ਫਾਰਮੂਲਾ ਕੀ ਹੁੰਦਾ ਜੀ ਸਾਡੇ ਕੋਲ H2O. ਫਾਰਮੂਲਾ ਕੀ ਹੁੰਦਾ H2O. ਤਾਂ ਦੇਖੋ R2O ਬਣ ਗਿਆ, ਤਾਂ ਜੇ ਸਾਡੇ ਕੋਲ H2O ਸੀ ਤਾਂ H ਜਿਹੜਾ ਉਹ R2 ਦੀ ਫਾਰਮ ਦੇ ਵਿੱਚ ਅਸੀਂ ਰੱਖਿਆ. ਤਾਂ ਇਸ ਤਰੀਕੇ ਨਾਲ ਉਹਨੇ ਸਾਰੇ ਐਲੀਮੈਂਟਸ ਨੂੰ ਅਰੇਂਜ ਕੀਤਾ. ਤਾਂ ਆਹ ਸਾਡਾ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਆ ਜਿਹੜਾ ਉਹ ਬਣਦਾ. ਓਕੇ, ਸੋ ਇਹ ਸਾਡਾ ਮਾਡਰਨ ਪੀਰੀਓਡਿਕ ਇਹ ਮੈਂਡਲੀਵਸ ਪੀਰੀਓਡਿਕ ਟੇਬਲ ਹੈ ਜਿਹਦੇ ਵਿੱਚ ਉਹਨੇ ਜਿੰਨੇ ਵੀ ਐਲੀਮੈਂਟਸ ਉਸ ਟਾਈਮ ਐਗਜ਼ਿਸਟੈਂਸ ਦੇ ਵਿੱਚ ਸੀਗੇ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਆਕਸਾਈਡਸ ਅਤੇ ਹਾਈਡਰਾਈਡਸ ਦੀ ਫਾਰਮ ਦੇ ਵਿੱਚ ਸੈਟ ਆਊਟ ਕੀਤਾ. ਓਕੇ, ਸੋ ਨੈਕਸਟ ਇਜ਼ ਮੈਰਿਟਸ ਆਫ ਮੈਂਡਲੀਵਸ ਪੀਰੀਓਡਿਕ ਟੇਬਲ. ਕਿ ਮੈਂਡਲੀਵ ਪੀਰੀਓਡਿਕ ਟੇਬਲ ਦੇ ਪਲੱਸ ਪੁਆਇੰਟਸ ਕੀ ਸੀ, ਪੋਜ਼ੀਟਿਵ ਪੁਆਇੰਟਸ ਕੀ ਸੀ, ਕਿ ਇਹ ਕਿੱਥੇ ਪ੍ਰੂਫ ਹੋਇਆ ਕਿ ਇਹ ਸਹੀ ਹੈ. ਠੀਕ ਹੈ, ਕੀ ਇਹਨੇ ਪੋਜ਼ੀਟਿਵ ਕੀਤਾ, ਕੀ ਇਹਨੇ ਨੈਗੇਟਿਵ ਕੀਤਾ, ਉਹ ਅਸੀਂ ਨੈਕਸਟ ਸਲਾਈਡ ਦੇ ਵਿੱਚ ਦੇਖਾਂਗੇ. ਸੋ ਇਟ ਪ੍ਰੈਡਿਕਟਡ ਐਗਜ਼ਿਸਟੈਂਸ ਆਫ ਸਮ ਅਨਡਿਸਕਵਰਡ ਐਲੀਮੈਂਟਸ ਲਾਈਕ ਗੈਲੀਅਮ, ਸਕੈਂਡੀਅਮ ਐਂਡ ਗੀਲੀਅਮ. ਓਕੇ, ਸੋ ਇਹਦੇ ਵਿੱਚ ਉਹਨੇ ਕੀ ਕੀਤਾ ਕੁਛ ਅਨਡਿਸਕਵਰਡ ਐਲੀਮੈਂਟਸ ਦੇ ਲਈ ਖਾਲੀ ਸਪੇਸਿਸ ਛੋੜੀਆਂ. ਠੀਕ ਹੈ, ਮਤਲਬ ਉਹਨੇ ਪਹਿਲਾਂ ਹੀ ਪ੍ਰੈਡਿਕਟ ਕਰਤਾ ਕਿ ਕੁਛ ਨਾ ਕੁਛ ਇਸ ਤਰ੍ਹਾਂ ਦੇ ਅਨਡਿਸਕਵਰਡ ਐਲੀਮੈਂਟਸ ਨੇ ਜਿਹੜੇ ਉਹ ਮਿਲਣਗੇ. ਮੀਨਸ ਫਿਊਚਰ ਦੇ ਵਿੱਚ ਉਹਨਾਂ ਦੀ ਡਿਸਕਵਰੀ ਪੋਸੀਬਲ ਹੈ, ਤਾਂ ਉਹਨੇ ਸਪੇਸਿਸ ਲੈਫਟ ਕੀਤੀਆਂ. ਠੀਕ ਹੈ, ਫੋਰ ਐਗਜ਼ਾਮਪਲ ਦੇਖੋ ਆਪਣੇ ਕੋਲੇ ਇਹਦੇ ਵਿੱਚ ਦੇਖੋ ਆਹ ਸਪੇਸ ਇਹਨੇ ਖਾਲੀ ਛੋੜੀ ਹੈ. ਠੀਕ ਹੈ, ਇੱਥੇ ਸਪੇਸ ਉਹਨੇ ਖਾਲੀ ਛੋੜੀ ਹੈ ਨਾ, ਤਾਂ ਜੇ ਸਪੇਸ 'ਚ ਖਾਲੀ ਛੋੜੀ ਹੈ ਤਾਂ ਮਤਲਬ ਕੋਈ ਨਾ ਕੋਈ ਐਲੀਮੈਂਟ ਉੱਥੇ ਜ਼ਰੂਰ ਆ ਕੇ ਐਗਜ਼ਿਸਟ ਕਰੇਗਾ ਹੀ ਕਰੇਗਾ. Okay, so next is it could predict properties of several elements on the basis of their positions. कि
अगर ਆਪਾਂ ਨੂੰ ਉਹਦੀ ਪੋਜੀਸ਼ਨ ਪਤਾ ਲੱਗ ਗਈ ਤਾਂ ਆਪਾਂ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਪ੍ਰੈਡਿਕਟ ਕਰ ਸਕਦੇ ਹਾਂ ਕਿ ਜੇ ਆਪਾਂ ਨੂੰ ਪਤਾ ਹੈ ਕਿ ਉਹ ਕਿਸ ਗਰੁੱਪ ਦੇ ਵਿੱਚ ਹੈ ਤਾਂ ਅਸੀਂ ਇਹ ਪਤਾ ਕਰ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਆਕਸਾਈਡਸ ਬਣਾਏਗਾ ਅਤੇ ਉਹ ਕਿਸ ਤਰ੍ਹਾਂ ਦੇ ਹਾਈਡਰਾਈਡਸ ਬਣਾਏਗਾ। ਮੀਨਸ ਕੈਮੀਕਲ ਪ੍ਰੋਪਰਟੀਜ਼ ਨੇ ਜਿਹੜੀਆਂ ਆਪਾਂ ਉਹਨਾਂ ਦੀਆਂ ਸਰਚ ਆਊਟ ਕਰ ਸਕਦੇ ਹਾਂ। ਓਕੇ, ਇਟ ਕੁਡ ਅਕੋਮੋਡੇਟ ਨੋਬਲ ਗੈਸਿਸ ਵੈਨ ਦੇ ਵਰ ਡਿਸਕਵਰਡ, ਕਿ ਇਹਨੇ ਕਿਹਾ ਕਿ ਜਿਹੜਾ ਇਹ ਵਾਲਾ ਪੀਰੀਓਡਿਕ ਟੇਬਲ ਹੈ, ਮੈਨਲੀਵਸ ਪੀਰੀਓਡਿਕ ਟੇਬਲ ਹੈ, ਇਹ ਜਦੋਂ ਵੀ ਨੋਬਲ ਗੈਸਿਸ ਡਿਸਕਵਰਡ ਕੀਤੀਆਂ ਜਾਣਗੀਆਂ ਨਾਲ ਦੀ ਨਾਲ ਉਹਨਾਂ ਲਈ ਇੱਕ ਸਪੈਸ਼ਲ ਸਪੇਸ ਹੈ। ਠੀਕ ਹੈ, ਉਹਦੇ ਵਿੱਚ ਕੀ ਆ ਕਿ ਅਸੀਂ ਇੱਕ ਅਲੱਗ ਕਾਲਮ ਬਣਾ ਸਕਦੇ ਹਾਂ ਕਿਉਂਕਿ ਜਿਹੜੀਆਂ ਨੋਬਲ ਗੈਸਿਸ ਨੇ ਉਹ ਅਨਰੀਐਕਟਿਵ ਹੁੰਦੀਆਂ, ਉਹਨਾਂ ਨੂੰ ਕਿਸੇ ਨਾਲ ਵੀ ਰਿਐਕਸ਼ਨ ਨਹੀਂ ਕਰਦੀਆਂ। ਜੇ ਉਹ ਕਿਸੇ ਨਾਲ ਰਿਐਕਸ਼ਨ ਨਹੀਂ ਕਰਦੀਆਂ ਮੀਨਸ ਉਹਨਾਂ ਨੂੰ ਬਿਲਕੁਲ ਇੱਕ ਅਲੱਗ ਗਰੁੱਪ ਦਿੱਤਾ ਜਾਏਗਾ ਤਾਂ ਉਹ ਅਲੱਗ ਗਰੁੱਪ ਕੀ ਹੋ ਜਾਏਗਾ, ਉਸ ਦੇ ਮੈਨਲੀਵਸ ਪੀਰੀਓਡਿਕ ਟੇਬਲ ਦੇ ਵਿੱਚ ਇੱਕ ਕਾਲਮ ਹੋਰ ਐਡ ਹੋ ਜਾਏਗਾ। ਤਾਂ ਜੇ 8 ਕਾਲਮ ਸੀ ਤਾਂ ਉਹ 9 ਕਾਲਮ ਬਣ ਜਾਣਗੇ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਉਹਨੇ ਨੋਬਲ ਗੈਸਿਸ ਨੂੰ ਵੀ ਇੱਕ ਸਪੈਸ਼ਲ ਐਗਜ਼ਿਸਟੈਂਸ ਦਿੱਤੀ। ਓਕੇ, ਨੈਕਸਟ ਇਜ਼ ਲਿਮੀਟੇਸ਼ਨਸ ਆਫ ਮੈਨਲੀਵਸ ਪੀਰੀਓਡਿਕ ਟੇਬਲ। ਇਹਦੀਆਂ ਲਿਮੀਟੇਸ਼ਨਸ ਕੀ ਨੇ, ਮਤਲਬ ਇਹਦੇ ਵਿੱਚ ਵੀ ਕਮੀਆਂ ਨੇ, ਤਾਂ ਉਹ ਕੀ ਕਮੀਆਂ ਨੇ। ਫਸਟ ਇਜ਼ ਪੋਜੀਸ਼ਨ ਆਫ ਆਈਸੋਟੋਪਸ ਕੁਡ ਨਾਟ ਬੀ ਐਕਸਪਲੇਨਡ। ਆਈਸੋਟੋਪਸ ਕੀ ਹੁੰਦੇ ਆ ਕਿ ਜਿਨ੍ਹਾਂ ਦਾ ਐਟੋਮਿਕ ਨੰਬਰ ਸੇਮ ਹੁੰਦਾ ਬਟ ਐਟੋਮਿਕ ਮਾਸਿਸ ਕੀ ਹੁੰਦੇ ਆ, ਡਿਫਰੈਂਟ ਹੁੰਦੇ ਆ। ਠੀਕ ਹੈ, ਫੋਰ ਐਗਜ਼ਾਮਪਲ ਕਲੋਰੀਨ ਦੇ 2 ਆਈਸੋਟੋਪਸ ਨੇ 35 ਐਂਡ 37। ਤਾਂ ਦੇਖੋ ਹੁਣ ਇਹਨੇ ਕੀ ਕੀਤਾ, ਉਹ ਆਈਸੋਟੋਪਸ ਨੂੰ ਕੋਈ ਪੋਜੀਸ਼ਨ ਨੇ ਜਿਹੜੀ ਉਹਨੂੰ ਐਕਸਪਲੇਨ ਨਹੀਂ ਕਰ ਸਕਿਆ ਇਹ, ਤਾਂ ਹੁਣ ਉਹਨੇ ਕਲੋਰੀਨ ਕਹਿਤਾ ਕਿ ਇਸ ਵਾਲੇ ਗਰੁੱਪ ਦੇ ਵਿੱਚ ਆ ਜਾਏਗਾ। ਠੀਕ ਹੈ, ਬਟ ਉਹਨੇ ਇਹ ਨਹੀਂ ਦੱਸਿਆ ਕਿ ਕਲੋਰੀਨ 15 ਆਏਗਾ ਕਿ ਕਲੋਰੀਨ 35 ਆਏਗਾ ਕਿ ਕਲੋਰੀਨ 37 ਆਏਗਾ। ਤਾਂ ਮਤਲਬ ਕਿਹੜੇ ਐਟੋਮਿਕ ਮਾਸ ਵਾਲਾ ਆਈਸੋਟੋਪ ਆ ਜਿਹੜਾ ਉਹ ਇੱਥੇ ਪਲੇਸ ਕੀਤਾ ਜਾਏਗਾ। ਓਕੇ, ਸੈਕਿੰਡ ਇਜ਼ ਰੋਂਗ ਆਰਡਰ ਆਫ ਐਟੋਮਿਕ ਮਾਸਿਸ ਕੁਡ ਨਾਟ ਬੀ ਐਕਸਪਲੇਨਡ। ਮੈਨਲੀਵ ਨੇ ਕੀ ਕੀਤਾ ਕਿ ਜਿੱਥੇ ਉਹਨਾਂ ਨੂੰ ਲੱਗਿਆ ਕਿ ਜਿਹੜੇ ਐਲੀਮੈਂਟਸ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਇੱਥੇ ਮੈਚ ਕਰ ਰਹੀਆਂ ਨੇ ਤਾਂ ਉਹਨਾਂ ਨੇ ਐਟੋਮਿਕ ਮਾਸ ਦਾ ਜਿਹੜਾ ਆਰਡਰ ਸੀ ਉਹ ਵੀ ਚੇਂਜ ਕਰਤਾ। ਠੀਕ ਹੈ, ਕਿ ਜਿੱਥੇ ਉਹਨਾਂ ਨੂੰ ਲੱਗਿਆ ਕਿ ਪ੍ਰੋਪਰਟੀਜ਼ ਇੱਥੇ ਨਹੀਂ ਇੱਥੇ ਮੈਚ ਕਰ ਰਹੀਆਂ ਨੇ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਦੇ ਐਟੋਮਿਕ ਮਾਸਿਸ ਦਾ ਆਰਡਰ ਵੀ ਚੇਂਜ ਕਰਤਾ। ਠੀਕ ਹੈ, ਬਟ ਫਿਰ ਵੀ ਉਹ ਇਹ ਚੀਜ਼ ਨੂੰ ਵੀ ਐਕਸਪਲੇਨ ਨਹੀਂ ਕਰ ਪਾਏ ਕਿ ਕਿਉਂ ਇੱਥੇ ਐਟੋਮਿਕ ਮਾਸਿਸ ਦਾ ਆਰਡਰ ਆ ਜਿਹੜਾ ਉਹ ਚੇਂਜ ਕੀਤਾ ਗਿਆ, ਤਾਂ ਉਹਦਾ ਬੈਨੀਫਿਟ ਕੀ ਸੀ ਚੇਂਜ ਕਰਨ ਦਾ। ਓਕੇ, ਨੈਕਸਟ ਇਜ਼ ਕਰੈਕਟ ਪੋਜੀਸ਼ਨ ਟੂ ਹਾਈਡਰੋਜਨ ਕੁਡ ਨਾਟ ਬੀ ਅਸਾਈਨ, ਕਿ ਜਿਹੜਾ ਹਾਈਡਰੋਜਨ ਆ ਉਹਨੂੰ ਇਸ ਤਰੀਕੇ ਦੇ ਗਰੁੱਪ ਦੇ ਵਿੱਚ ਰੱਖਿਆ ਗਿਆ ਜਿੱਥੇ ਉਹਦੀ ਬਾਕੀ ਗਰੁੱਪ ਦੇ ਮੈਂਬਰਸ ਨਾਲ ਕੋਈ ਮੈਚਿੰਗ ਨਹੀਂ ਸੀ ਪ੍ਰੋਪਰਟੀਜ਼ ਦੀ। ਠੀਕ ਹੈ, ਤਾਂ ਇਸ ਕਰਕੇ ਉਹ ਹਾਈਡਰੋਜਨ ਨੂੰ ਵੀ ਇੱਕ ਸਪੈਸ਼ਲ ਪੋਜੀਸ਼ਨ ਆ ਜਿਹੜੀ ਉਹ ਨਹੀਂ ਦੇ ਸਕੇ ਮੈਨਲੀਵਸ ਪੀਰੀਓਡਿਕ ਟੇਬਲ। ਓਕੇ, ਸੋ ਨੈਕਸਟ ਆਪਾਂ ਜਿਹੜਾ ਕਰਾਂਗੇ ਉਹ ਹੈ ਮੋਡਰਨ ਪੀਰੀਓਡਿਕ ਟੇਬਲ। ਉਹਦੇ ਲਈ ਰੈਡੀ ਰਹੋ। ਠੀਕ ਹੈ, ਅਤੇ ਉਹਦੇ ਵਿੱਚ ਆਪਾਂ ਇੱਕ ਇੰਟਰਸਟਿੰਗ ਟ੍ਰਿਕ ਵੀ ਦੇਖਾਂਗੇ ਜਿਹਦੇ ਨਾਲ ਆਪਾਂ ਪੀਰੀਓਡਿਕ ਟੇਬਲ ਨੂੰ ਬਹੁਤ ਹੀ ਈਜ਼ੀ ਵੇ ਦੇ ਨਾਲ ਲਰਨ ਕਰ ਸਕਦੇ ਹਾਂ। ਇੱਕ ਸਪੈਸ਼ਲ ਟ੍ਰਿਕ ਹੈ ਮਾਈ ਐਕਸਪਰਟ ਟੀਚਰਸ ਟ੍ਰਿਕ, ਜਿਹੜੀ ਮੈਂ ਆਪਣੇ ਟੀਚਰਸ ਤੋਂ ਸਿੱਖੀ ਆ ਉਹੀ ਮੈਂ ਤੁਹਾਨੂੰ ਸਿਖਾਉਣ ਜਾ ਰਹੀ ਹਾਂ। ਅਤੇ ਬਹੁਤ ਹੀ ਸਪੈਸ਼ਲ ਟ੍ਰਿਕ ਹੈ ਜਿਹਦੇ ਵਿੱਚ ਤੁਸੀਂ ਈਵਨ ਉਹਨਾਂ ਦੇ ਜਿਹੜੇ ਐਲੀਮੈਂਟਸ ਦੇ ਸਿੰਬਲਸ ਨੇ ਉਹ ਵੀ ਬਹੁਤ ਈਜ਼ੀ ਵੇ ਨਾਲ ਲਰਨ ਕਰ ਸਕਦੇ ਹੋ। YouTube 'ਤੇ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਸਾਰੀਆਂ ਪੀਰੀਓਡਿਕ ਟੇਬਲ ਨੂੰ ਲਰਨ ਕਰਨ ਦੀਆਂ ਟ੍ਰਿਕਸ ਨੇ, ਬਟ ਆਈ ਹੋਪ ਕਿ ਜਿਹੜੀ ਮੇਰੀ ਟ੍ਰਿਕ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗੇਗੀ। ਤਾਂ ਜਿਨ੍ਹਾਂ ਨੇ ਪਲੀਜ਼ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਹੋਰ ਜਿਹੜੀਆਂ ਵੀਡੀਓਜ਼ ਅਪਲੋਡ ਹੋਣ ਜਾ ਰਹੀਆਂ ਨੇ ਸਾਇੰਸ ਦੀਆਂ ਉਹਨਾਂ ਨੂੰ ਤੁਸੀਂ ਲਰਨ ਕਰ ਸਕੋ, ਅੰਡਰਸਟੈਂਡ ਕਰ ਸਕੋ। ਠੀਕ ਹੈ, ਅਤੇ ਆਪਣੀ ਇੰਟਰਸਟਿੰਗ ਅਤੇ ਐਫਰਟਲੈਸ ਵੇ ਨਾਲ, ਏਕਤਾ ਨਾਲ ਤੁਸੀਂ ਬਹੁਤ ਹੀ ਇੰਟਰਸਟਿੰਗ ਵੇ ਨਾਲ ਸਾਇੰਸ ਨੂੰ ਲਰਨ ਕਰ ਸਕੋ। ਥੈਂਕਸ ਫॉर ਸਪੋਰਟਿੰਗ ਮੀ, ਥੈਂਕ ਯੂ ਫॉर ਸਬਸਕ੍ਰਾਈਬਿੰਗ ਮਾਈ ਚੈਨਲ, ਥੈਂਕਸ ਅ ਲੋਟ।